ਉਹਦੇ ਵਿੱਚ ਆਪਾਂ ਦੇਖ ਰਹੇ ਸੀ ਕਿ ਧਾਰਮਿਕਤਾ ਦੇ ਜਿਹੜੇ ਪਿੱਛੇ ਚੱਲਦੇ ਆ ਉਹ ਉਹਨਾਂ ਦੇ ਲਈ ਕੀ ਕੁਛ ਆ, ਉਹ ਕੀ ਆ ਔਰ ਉਹ ਕੌਣ ਹੈ। ਹਾਲੇਲੂਇਆ। ਹੁਣ ਅਸੀਂ ਜਿਹੜਾ ਅੱਗੇ ਵਿਸ਼ਾ ਦੇਖਾਂਗੇ ਧਾਰਮਿਕਤਾ ਦੇ ਵਿੱਚ ਨਿਕਲ ਕੇ ਆਉਂਦਾ ਉਹ ਹੈਗਾ ਆ ਧਾਰਮਿਕਤਾ ਦੀ ਆਸ਼ੀਸ਼ ਜਾਂ ਬਰਕਤ। ਜੇਕਰ ਅਸੀਂ ਧਾਰਮਿਕਤਾ ਨੂੰ ਪਾ ਜਾਈਏ ਤੇ ਉਹਦੀ ਆਸ਼ੀਸ਼ ਬਰਕਤ ਕੀ ਹੈ। हिंदी में ਇਹਨੂੰ ਕਹਿੰਦੇ ਦੀ ਧਨਯਤਾ, ਜਿਹੜੀ ਧਨਯਤਾ ਇਸ ਕੀ ਹੈ ਉਹ ਕਿਆ ਧਾਰਮਿਕਤਾ ਦੀ ਬਰਕਤ ਕੀ ਹੈ। ਉਹਦੇ ਲਈ ਆਪਾਂ ਦੇਖਦੇ ਹਾਂ ਇਹਦੀ ਬਰਕਤ ਦੇ ਵਿੱਚ ਪਹਿਲੀ ਗੱਲ ਹੈਗੀ ਆ ਜਿਹੜੀ ਧਾਰਮਿਕਤਾ ਦੀ ਬਰਕਤ ਸਾਨੂੰ ਮਿਲਦੀ ਆ, ਉਹਦੀ ਪਹਿਲੀ ਗੱਲ ਇਹ ਹੈਗੀ ਆ ਬਿਨਾਂ ਕੰਮਾਂ ਤੋਂ ਧਰਮੀ ਠਹਿਰਾਏ ਜਾਂਦੇ ਹਾਂ। ਕੀ ਕੀਤਾ ਜਾਂਦਾ ਵੀ ਬਿਨਾਂ ਕਰਮਾਂ ਤੋਂ ਧਰਮੀ। ਲੋਕੀ ਧਰਮੀ ਠਹਿਰਨ ਦੇ ਲਈ ਕੀ ਕੁਝ ਕਰਦੇ ਆ, ਠੰਡੇ ਪਾਣੀ ਵਿੱਚ ਖੜੇ ਹੁੰਦੇ, ਛਠ ਪੂਜਾ ਕਰਦੇ ਔਰ ਕਿੰਨੇ ਕਿੰਨੇ ਰਿਧੀਆਂ ਨਿਧੀਆਂ ਜਪ ਤਪ ਕਰਦੇ ਆ ਕਿ ਕਿਸੇ ਤਰੀਕੇ ਨਾਲ ਧਰਮੀ ਠਹਿਰਾਏ ਜਾਣ। ਪਰ ਵਚਨ ਦੱਸਦਾ ਹੈ ਪਰਮੇਸ਼ਰ ਸਾਨੂੰ ਬਿਨਾਂ ਕੰਮਾਂ ਤੋਂ ਕੀ ਕਰ ਦਿੰਦਾ ਆ, ਧਰਮੀ ਠਹਿਰਾ ਦਿੰਦਾ। ਹਾਲੇਲੂਇਆ। ਬਿਨਾਂ ਕਰਮਾਂ कर्म कर्म काम काम लिख सकते कर्म काम सेम। सो रोमियो 4:6 नहीं वो कर्म ही कर्म क्रिया काम सेम। वो मुकद्दर किस्मत अलग है। जिसे परमेश्वर बिना कर्मों के धर्मी ठहराता है। हाँ, बिना कर्मां दे है ना, उसे दाऊद यानी कि भक्ति ਦੇ ਜਿਹੜੇ ਕੰਮ ਕਰਨੇ ਆ, ਲੋਕ ਭਗਤੀ ਦੇ ਨਾਲ ਕੰਮ ਕਰਕੇ ਤੇ ਧਰਮੀ ਠਹਿਰਨਾ ਚਾਹੁੰਦੇ ਆ। ਪਰਮੇਸ਼ਰ ਕੀ ਕਰਦਾ ਆ, ਬਿਨਾਂ ਕੰਮਾਂ ਦੇ ਕੀ ਕਰ ਦਿੰਦਾ ਆ, ਧਰਮੀ ਠਹਿਰਾ ਦਿੰਦਾ। ਹਾਲੇਲੂਇਆ। ਸੋ हाँ जिसे परमेश्वर बिना कर्मों के धर्मी ठहराता है उसे दाऊद भी धन्य कहता है। हाँ, जिन बिना कम्मा तो खुदा धर्मी ठहराਉਂਦਾ ਉਹਨੂੰ ਦਾਊਦ ਵੀ ਕੀ ਕਹਿੰਦਾ ਆ, ਧन्य ਹੈ ਵੀ ਧੰਨ ਆ ਉਹ ਬੰਦਾ ਜਿਹੜਾ ਬਿਨਾ ਕਰਮਾਂ ਤੋਂ ਧਰਮੀ ਠਹਿਰਾਂਦਾ। ਕਿਉਂਕਿ ਅਸੀਂ ਕਰਮ ਨਹੀਂ, ਅਸੀਂ ਵਿਸ਼ਵਾਸ ਕਰਦੇ। ਹਾਲੇਲੂਇਆ। ਅਸੀਂ ਖੁਦਾ ਨੂੰ ਕੋਈ ਵੀ ਧਾਰਮਿਕਤਾ ਦਾ ਕੰਮ ਕਰਕੇ ਨਹੀਂ ਕਹਿੰਦੇ ਵੀ ਪਰ ਮੇਰੇ ਕਰਮ ਦੇ ਤੇ ਮੈਨੂੰ ਧਰਮੀ ਠਹਿਰਾ ਦੇ। ਹਾਲੇਲੂਇਆ। ਦੁਨੀਆ ਇਦਾਂ ਦਾ ਵਿਸ਼ਵਾਸ ਰੱਖਦੀ ਹੈ ਕਿ ਉਹ ਧਰਮ ਦੇ ਕੰਮ ਕਰਕੇ ਖੁਦਾ ਦੇ ਅੱਗੇ ਕੁਝ ਇਸ ਤਰੀਕੇ ਨਾਲ ਕਹਿਣਾ ਚਾਹੁੰਦੇ, ਪਰ ਖੁਦਾ ਇਹਨਾਂ ਨੂੰ ਕਹਿਣਾ ਚਾਹੁੰਦਾ ਆ ਕਿ ਤੁਸੀਂ ਜਿਹੜੇ ਧਰਮ ਦੇ ਕੰਮ ਕਰਦੇ ਆ ਉਹ ਮੇਰੇ ਸਾਹਮਣੇ ਪਾਟੀਆਂ ਲੀਰਾਂ ਵਾਂਗੂ। ਹਾਲੇਲੂਇਆ। ਤੁਸੀਂ ਧਰਮ ਦੇ ਕੰਮ ਕਰਕੇ ਜਿਹੜਾ ਧਰਮੀ ਠਹਿਰਨਾ ਚਾਹੁੰਦੇ ਆ ਉਹ ਮੇਰੇ ਸਾਹਮਣੇ ਪਾਟੀਆਂ ਲੀਰਾਂ ਵਾਂਗੂ ਆ। ਮੈਂ ਤਾਂ ਤੁਹਾਡੇ ਧਰਮੀ ਠਹਿਰਨ ਦੇ ਲਈ ਇੱਕੋ ਹੀ ਉਪਾਅ ਕਰ ਦਿੱਤਾ ਕਿ ਮੇਰਾ ਪੁੱਤਰ ਯਿਸੂ ਜਿਹੜਾ ਜਿਹਨੇ ਤੁਹਾਡੇ ਪਾਪਾਂ ਦੀ ਖਾਤਰ ਆਪਣੀ ਜਾਨ ਦਿੱਤੀ ਹੈ, ਸਿਰਫ ਉਹਦੇ ਤੇ ਕੀ ਕਰ ਲਓ, ਵਿਸ਼ਵਾਸ ਕਰ ਲਓ। ਤੇ ਕਿਹਨਾਂ ਵਿੱਚ ਗਿਣੇ ਜਾਓਗੇ, ਤੁਸੀਂ ਧਰਮੀਆਂ ਦੇ ਵਿੱਚ ਗਿਣੇ ਜਾਓਗੇ। ਹਾਲੇਲੂਇਆ। ਆ ਜਾਓ ਇਸ ਤੋਂ ਅੱਗੇ ਹੋਰ ਇਹਦੀ ਬਰਕਤ ਕੀ ਆ। ਜ਼ਬੂਰ 106 ਉਹਦੀ 3 ਆਏ, ਇਹਦਾ ਹਿੰਟ ਲਿਖ ਲੈਣਾ। दूसरी गल जबूर 106 ਉਹਦੀ 3 ਆਏ। जबूर 106 ਉਹਦੀ 3 ਆਏ। क्या ही धन्य है वह हाँ जो न्याय पर चलते और हर समय धर्म के काम करते हैं। हाँ सो ਇਹਦੇ ਚ ਆਸ਼ੀਸ਼ ਕੀ ਆ ਜਾਂਦੀ ਆ ਕਿ ਬਰਕਤ ਦੀ ਕੀ ਆ ਕਿ ਇਹ ਧਰਮ ਤੇ ਚੱਲਦੇ ਆ ਤੇ ਨਿਆਂ ਦੇ ਕੰਮ ਕਰਦੇ ਆ। ਧਾਰਮਿਕਤਾ ਦੀ ਬਰਕਤ ਪਹਿਲਾਂ ਬਿਨਾਂ ਕੰਮਾਂ ਤੋਂ ਅਸੀਂ ਧਰਮੀ ਠਹਿਰਾਏ ਜਾਂਦੇ ਆ, ਫਿਰ ਕੀ ਕਰਦੇ ਆ, ਧਰਮ ਦੇ ਕੰਮ ਕਰਦੇ ਆ ਤੇ ਨਿਆਂ ਦੇ ਅਨੁਸਾਰ ਕੀ ਕਰਦੇ ਆ, ਚੱਲਦੇ ਆ। ਕਿ ਸਾਨੂੰ
ਧਰਮ ਦੇ ਕੰਮ ਤੇ ਕਰਨਾ ਔਰ ਨਿਆਂ ਦੇ ਅਨੁਸਾਰ ਚੱਲਣ ਦਾ ਇੱਕ ਬਲ ਮਿਲ ਜਾਂਦਾ, ਜਿਹੜਾ ਸੰਸਾਰ ਦੇ ਲੋਕਾਂ ਨੂੰ ਮਿਲਦਾ ਨਹੀਂ। ਤੀਸਰੀ ਬਰਕਤ ਆ ਧਰਮ ਦੇ ਭੁੱਖੇ ਔਰ ਪਿਆਸੇ ਹੋ ਜਾਂਦੇ ਹਨ। ਧਾਰਮਿਕਤਾ ਦੀ ਜਿਹੜੀ ਆਸ਼ੀਸ਼ ਆ, ਧਰਮੀ ਠਹਿਰਾਏ ਜਾਣ ਦੀ ਆਸ਼ੀਸ਼ ਜਿਹੜੀ ਆ, ਉਹਦੇ ਵਿੱਚ ਹੋਰ ਕੀ ਕਹਿੰਦਾ, ਭੁੱਖ ਲੱਗ ਜਾਂਦੀ ਆ ਧਾਰਮਿਕਤਾ ਦੀ। ਹਾਂਜੀ, ਮੱਤੀ 5:6 ਪਹਿਲਾਂ ਪੜ੍ਹ ਚੁੱਕੇ ਆਪਾਂ। मत्ती 5:6 आए। धन्य है वह जो धर्म के भूखे और प्यासे हैं, हाँ। क्योंकि वह तृप्त किए जाएंगे। हाँ, ਧੰਨਿਆ ਉਹ ਜਿਹੜੇ ਧਰਮ ਦੇ ਭੁੱਖੇ ਪਿਆਸੇ ਆ, ਉਹ ਕੀ ਕੀਤੇ ਜਾਣਗੇ? ਤ੍ਰਿਪਤ ਕੀਤੇ ਜਾਣਗੇ। ਪਰ ਕਿਹੜੇ ਕੀਤੇ ਜਾਣਗੇ? ਜਿਹੜੇ ਧਰਮ ਦੇ ਭੁੱਖੇ। ਧਰਮ ਦੇ ਭੁੱਖੇ ਤੇ ਪਿਆਸੇ। ਹਾਂ, ਸੋ ਧਰਮ ਦੀ ਭੁੱਖ ਰੱਖਣਾ, ਪਿਆਸ ਰੱਖਣਾ, ਉਹ ਕੀ ਕੀਤੇ ਜਾਣਗੇ? ਉਹ ਪਿਆਸੇ ਜਿਹੜੇ ਆ ਉਹ ਤ੍ਰਿਪਤ ਕੀਤੇ ਜਾਣਗੇ। ਆਸ਼ੀਸ਼ ਉਹਨਾਂ ਨੂੰ ਇਹ ਹੋਵੇਗੀ। ਹਾਲੇਲੂਇਆ। ਸੋ ਇਸ ਤੋਂ ਅੱਗੇ ਆਪਾਂ ਦੇਖਦੇ ਹਾਂ, ਇਸ ਦੇ ਕਾਰਨ ਜਾਂ ਧਾਰਮਿਕਤਾ ਦੇ ਕਾਰਨ ਦੁੱਖ ਸਹਿੰਦੇ ਹਨ। ਧਾਰਮਿਕਤਾ ਦੇ ਕਾਰਨ ਕੀ ਸਹਿੰਦੇ ਆ? ਦੁੱਖ ਸਹਿੰਦੇ। ਪਹਿਲਾ ਪਤਰਸ 3 ਅਧਿਆਇ ਉਹਦੀ 14 ਆਇਤ। ਪਹਿਲਾ ਪਤਰਸ 3 ਅਧਿਆਇ ਉਹਦੀ 14 ਆਇਤ। और यदि तुम धर्म के कारण दुख भी उठाओ, हाँ। तो धन्य हो। हाँ। पर उनके डराने से मत डरो और ना घबराओ। हाँ, धर्म के कारण दुख भी उठाते हैं तो की जाते हैं? धन हो जाते। हालेलुया। अगे हो राजो, इसके कारण सताया जाना, धर्म के कारण सताया जाना। साडे लई ये आशीष आ खुदा के घर विच गिनी जाती कि असीं धर्म के खातर की किते जा रहे हैं? सताए जा रहे हैं। बहुते लोग धर्म करते हैं, बाकी हर हिस्से विच, हर मजहब विच लोग धर्म करते हैं, कोई किसी नूं सताउण दा चक्कर नहीं, सगों कि उहदियां हामियां भरदे आ, उहनूं होर उच्चा करन दी कोशिश करदे। हालेलुया। पर ये आशीष किहनां नूं आ? सानूं आ कि असीं धर्म के खातर की कीते जांदे आ? सताए जांदे आ। हालेलुया। सो असी वो सताए जाना भी खुशी दे नाल की करदे आ? भला कबूल करते हैं। मत्ती 5:10। धन्य है वह जो धर्म के कारण सताए जाते हैं, क्योंकि स्वर्ग का राज्य उन्हीं का है। हाँ, धन्य वो जिहड़े धर्म के खातर सताए जांदे आ, स्वर्ग दा राज उन्हां दा। सो साडे लिए की इह आशीष निकल के आई है, जदों असीं सताए जाने तो साडे लिए की आ? धर्म दा स्वर्ग दा राज साडे लिए। हालेलुया। सताए जाना भी साडे लिए की आ? धन्य है। दुनिया लिए सतावट जिहड़ी आ वो एक शाप आ, पर साडे लिए सतावट की आ? एक धन्य आ, एक आशीष आ, एक बरकत आ। और बरकत भी किहड़ी आ? स्वर्ग राज आ साडे लिए। ਉਹਦੀ ਆੜ ਦੇ ਵਿੱਚ ਸਾਡੇ ਲਈ ਕੀ ਤਿਆਰ ਕੀਤਾ ਜਾ ਰਿਹਾ? ਸਾਡੀ ਸਤਾਵਟ ਦੀ ਆੜ 'ਚ ਸਵਰਗ ਦਾ ਰਾਜ ਸਾਡੇ ਲਈ ਤਿਆਰ ਕੀਤਾ ਜਾ ਰਿਹਾ। ਹਾਲੇਲੂਇਆ। ਔਰ ਦੂਸਰਿਆਂ ਨੂੰ ਧਾਰਮਿਕਤਾ ਦੇ ਵੱਲ ਮੋੜਦੇ ਹਾਂ। ਅਸੀਂ ਦੂਸਰਿਆਂ ਨੂੰ ਵੀ ਕੀ ਕਰ ਸਕਦੇ ਹਾਂ? ਧਾਰਮਿਕਤਾ ਵੱਲ। ਆਪ ਤਾਂ ਅਸੀਂ ਮੁੜ ਪਏ ਪਾਇਆ, ਦੂਸਰਿਆਂ ਨੂੰ ਵੀ ਇਹਨੂੰ ਪਾਉਣ ਲਈ ਕੀ ਕਰਦੇ ਹਾਂ? ਪ੍ਰੇਰਨਾ ਕਰਦੇ ਹਾਂ। ਦੈਨੀਅਲ 12 ਅਧਿਆਇ ਉਹਦੀ 3 ਆਇਤ। ਡੈਨੀਅਲ ਦੀ ਕਿਤਾਬ 12 ਅਧਿਆਇ ਉਹਦੀ 3 ਆਇਤ। तब सिखाने वालों की चमक आकाश मंडल की सी होगी
और जो बहुतों को धर्मी बनाते हैं वह सर्वदा तारों की नाई प्रकाशमान रहेंगे। हाँ, ਅਸੀਂ ਜਿਹੜੇ ਬਹੁਤਿਆਂ ਨੂੰ ਸਾਨੂੰ ਇਹ ਮਿਲ ਗਿਆ ਇੱਕ ਸਮਝ ਲਓ ਇੱਕ ਸਾਡੇ ਅੰਦਰ ਜਨੂਨ ਆ ਗਿਆ ਕਿ ਅਸੀਂ ਦੂਸਰਿਆਂ ਨੂੰ ਵੀ ਧਰਮੀ ਬਣਾਈਏ ਤੇ ਅਸੀਂ ਦੂਸਰਿਆਂ ਨੂੰ ਧਰਮੀ ਬਣਾਉਂਦੇ ਆ ਨਾਲ ਨਾਲ ਸਾਡੇ ਲਈ ਆਸ਼ੀਸ਼ ਕੀ ਆ ਕਿ ਆਕਾਸ਼ ਦੇ ਵਿੱਚ ਕਿੱਦਾਂ ਚਮਕਾਂਗੇ ਤਾਰਿਆਂ ਦੇ ਵਾਂਗੂ। ਹਾਲੇਲੂਇਆ। ਦੁਨੀਆ ਦੇ ਵਿੱਚ ਤਾਂ ਅਸੀਂ ਚਾਨਣ ਬਣ ਕੇ ਚੱਲ ਹੀ ਰਹੇ ਹਾਂ, ਜੋਤਾਂ ਬਣ ਕੇ ਚੱਲ ਰਹੇ ਹਾਂ, ਅਸਮਾਨ ਦੇ ਵਿੱਚ ਕਿੱਦਾਂ ਚਮਕਾਂਗੇ ਤਾਰਿਆਂ ਦੇ ਵਾਂਗੂ। ਹਾਲੇਲੂਇਆ। ਸੋ ਆਕਾਸ਼ ਦੇ ਵਿੱਚ ਸਾਡੀ ਹੋਰ ਜੋਤ ਕੀ ਹੋ ਜੂਗੀ ਵੱਧ ਜੂਗੀ। ਇੱਥੇ ਅਸੀਂ ਜੋਤ ਜਿਹੜੀ ਆ ਕਿੱਡੀ ਕੁ ਬਣ ਕੇ ਚੱਲਦੇ ਜਿੱਡੇ ਕਿ ਹੈਗੇ 5-4 ਫੁੱਟ ਦੀ। ਹਾਲੇਲੂਇਆ। ਉੱਥੇ ਤਾਰੇ ਜਿਹੜੇ ਆ ਤਾਰਿਆਂ ਦਾ ਸਾਈਜ਼ ਵੀ ਕਿੰਦਾ ਹੈ ਬਹੁਤ ਵੱਡਾ ਹੁੰਦਾ। ਪ੍ਰਕਾਸ਼ ਇਹਨਾਂ ਦੇ ਕੋਲ ਬਹੁਤ ਜ਼ਿਆਦਾ ਹੋਊਗਾ, ਜਲਾਲ ਇਹਨਾਂ ਦੇ ਕੋਲ ਬਹੁਤ ਜ਼ਿਆਦਾ ਹੋਊਗਾ ਔਰ ਟਿਕਾਊ ਵੀ ਹੋਊਗਾ ਔਰ ਅਬਦੀ ਹੋਊਗਾ, ਹਮੇਸ਼ਾ ਦਾ ਜਲਾਲ ਹੋਊਗਾ। ਹਾਲੇਲੂਇਆ। ਇੱਕ ਵਚਨ ਹੋਰ ਪੜ੍ਹਦੇ ਆਪਾਂ, ਇੱਕ ਗੱਲ ਹੋਰ। ਜਿਹੜੀ ਸੰਗਤੀ ਆ ਸੰਗਤੀ ਇਹਨਾਂ ਨਾਲ ਪ੍ਰਤਿਗਿਆ ਕੀਤੀ ਗਈ ਆ। ਦੇਖੋ ਸੰਗਤੀ ਨਾਲ ਧਾਰਮਿਕਤਾ ਦੀ ਕੀ ਆ ਪ੍ਰਤਿਗਿਆ ਕੀਤੀ ਗਈ। ਜਿਹੜੀ ਮਸੀਹ ਦੇ ਨਾਮ 'ਚ ਸੰਗਤ ਇਕੱਠੀ ਹੁੰਦੀ ਆ ਉਹਨਾਂ ਲਈ ਇੱਕ ਪ੍ਰਤਿਗਿਆ ਕੀਤੀ ਗਈ ਆ। ਇਹਦੇ ਲਈ ਆਪਾਂ ਵਚਨ ਪੜ੍ਹ ਲੈਂਦੇ ਆ ਯਸ਼ਾਇਆ 32 ਅਧਿਆਇ ਉਹਦੀ 16 ਆਇਤ। यशाया 32 अध्याय ਉਹਦੀ 16 आयत। तब उस जंगल में न्याय बसेगा और उस फलदायक बारी में धर्म रहेगा। हाँ, फलदायक बारी में क्या रहेगा धर्म रहे। बारी मीन संगति। हालेलुया। कलीसिया कलीसिया की तरह क्या गया है एक बारी की तरह। बारी मतलब जिदा अंगूर का एक बाड़ा होंदा है ना, एक बगीचा होंदा है, बगीचे की तरह क्या गया है। सो इस बगीचे विच की होगा बारी विच धर्म रहेगा। हालेलुया। सो साडे लिए आशीष की आ जेड़ी कलीसिया विच भी असीं रखे जाने आ उहदे विच भी की रहूगा धर्म रहेगा। हालेलुया। एक वचन होर पढ़ लेने 45:8 यशाया 45:8। यशाया की किताब 45 अध्याय उसकी 8 है। हे आकाश ऊपर से धर्म करना, आकाश मंडल से धर्म की वर्षा हो, पृथ्वी खुले की उधार उत्पन्न हो। हाँ। और धर्म भी उसके संग उगाए। मैं यहोवा ही ने उसे उत्पन्न किया है। हाँ, आगे पढ़ लो यशाया 61 उसकी 11 है। यशाया 61 उसकी 11 है। क्योंकि जैसे भूमि अपनी उपज को उगाती। हाँ। और बारी में जो कुछ बोया जाता है। हाँ। उसको वह उपजाती है, वैसे ही प्रभु यहोवा सब जातियों के सामने धार्मिकता और धन्यवाद को बढ़ाएगा। हाँ, कलीसिया विच की बता दूंगा सारी जातियां ਨੂੰ ਕਲੀਸਿਆ ਇਕੱਠੀ ਕਰਕੇ ਉਹਨਾਂ ਵਿੱਚ ਕੀ ਧੰਨਵਾਦ ਉਹਨਾਂ ਦੇ ਵਿੱਚ ਕੀ ਕਰ ਦੂਗਾ ਵਧਾ ਦੂਗਾ। ਹਾਲੇਲੂਇਆ। ਸੋ 62 ਦੀ ਇੱਕ ਵੀ ਪੜੋ। 61 ਦੇ ਕੀ 62 सिय्योन के निमित्त मैं चुप ना रहूंगा। सिय्योन मीन कलीसिया। हाँ। और यरूशलेम के निमित्त मैं चैन ना लूंगा। हाँ। जब तक कि उसकी धार्मिकता प्रकाश की नाई। हाँ। और उसका उद्धार जलते हुए पलीते के समान दिखाई ना दे। हाँ, ਜਦੋਂ ਤੱਕ ਇਹਦੇ ਵਿੱਚ ਉਹ ਮਹਿਮਾ ਪ੍ਰਗਟ ਨਾ ਹੋ ਜੇ ਜਿਹੜੀ ਖੁਦਾ ਚਾਹੁੰਦਾ ਆ ਤੇ ਜੋ ਮੈਂ ਮਹਿਮਾ ਉਦੋਂ ਤੱਕ ਕਹਿੰਦਾ ਮੈਂ ਚੈਨ ਲਊਂਗਾ ਨਹੀਂ। ਇਹ ਕਿਹਦੇ ਨਾਲ ਪ੍ਰਤੀਗਿਆ ਆ ਕਲੀਸਿਆ ਦੀ ਸੰਗਤੀ ਦੇ ਨਾਲ ਪ੍ਰਤੀਗਿਆ। ਹਾਲੇਲੂਇਆ। ਜਿਹਦਾ ਮਤਲਬ ਪ੍ਰਭੂ ਸਾਡੇ ਚੋਂ ਉਹ ਚਮਕ ਪੈਦਾ ਹੋਣ ਦੇ ਲਈ ਬੇਚੈਨ ਹੈ। ਹਾਲੇਲੂਇਆ। ਔਰ ਸਾਡੇ ਲਈ ਅਗਰ ਅਸੀਂ ਮਨ ਬਣਾਈ ਸਿਰਫ ਮਨ ਬਣਾਉਣਾ ਆ, ਹੋਰ ਕੁਝ ਵੀ ਸਾਨੂੰ ਮਟੀਰੀਅਲ ਇਕੱਠਾ ਕਰਨ ਦੀ ਲੋੜ ਨਹੀਂ। ਜੋ ਵੀ ਸਾਡੇ ਵਿੱਚ ਪ੍ਰਕਾਸ਼ ਆਉਣਾ ਹੈ ਚਮਕ ਆਉਣੀ ਹੈ ਉਹ ਸਾਰੇ ਦਾ ਸਾਰਾ ਮਟੀਰੀਅਲ ਸਵਰਗ ਨੇ ਸਾਡੇ ਲਈ ਤਿਆਰ ਕਰਕੇ ਰੱਖਿਆ ਹੋਇਆ ਹੈ। ਅਸੀਂ ਕੀ ਕਰਨਾ ਸਿਰਫ ਮਨ ਬਣਾਉਣਾ ਆ ਕਿ ਜੈਸੇ ਖੁਦਾ ਸਾਡੇ ਚੋਂ ਮਹਿਮਾ ਚਾਹੁੰਦਾ ਆ ਉਹ ਸਾਡੇ ਚੋਂ ਪ੍ਰਗਟ ਹੋ ਜਾਏ। ਹਾਲੇਲੂਇਆ।
क्योंकि वचन ये दसदा है सुसमाचार भी आ की है भला सुसमाचार भी आ। एक जगह ते सुसमाचार है संसार विच, एक जगह ते तेजोमय सुसमाचार है। किदां है? एक झुंडां दे विच सुसमाचार सुनाया जा रहा, एक झुंड ऐसे है धरती ते जिन्हां च किहड़ा सुसमाचार सुनाया जाता? तेजोमय सुसमाचार, यानी कि जलाली प्रकाश ना भरिया होया सुसमाचार। ਇਹਦਾ ਮਤਲਬ सुसमाचार ते तेजोमय सुसमाचार च की है भला अंतर। हालेलुया। संसार विच एक कलीसिया आ जिहड़ी कलीसिया आ, एक कलीसिया है जिहड़ी तेजोमय कलीसिया है। किहड़ी कलीसिया भला? तेजोमय कलीसिया आ। हालेलुया हालेलुया। सो एक संसार विच प्रकाश या प्रकाश नॉर्मल प्रकाश, यानी कि जिहड़ा ज्ञान दा प्रकाश नॉर्मल प्रकाश है। एक है तेजोमय प्रकाश, महिमामय प्रकाश। हालेलुया। सो ये ओ खुदावन खुदा कलीसिया विच कली संसार विच कली कलीसिया ही नहीं चाहता, वो किहड़ी कलीसिया चाहता है? संसार दे विच कला सुसमाचार ही नहीं चाहता, किहड़ा चाहता है? तेजोमय। संसार विच कला प्रकाश ही नहीं चाहता, किहड़ा चाहता है? तेजोमय। हालेलुया। पर ये उन्हां दे विच ही ये घटनावां घटनियां उन्हां कलीसियावां दे विच जिहड़े अपने आप नूं सौंपणगे। हालेलुया। सो जिहड़े सौंपणगे नहीं, वो सुसमाचार सुणदा उन्हां नूं हक आ, पर ਉਹਦੇ ਵਿਚਲਾ ਪ੍ਰਕਾਸ਼ ਉਹਨਾਂ ਤੇ ਖੁੱਲ ਸਕਦਾ। ਹਾਲੇਲੂਇਆ। ਕਿਉਂਕਿ ਉਹ ਕੋਈ ਸੁਸਮਾਚਾਰ ਜਿਹੜਾ ਤੇਜ ਤੋਂ ਰਹਿਤ ਸੁਸਮਾਚਾਰ ਆ, ਉਹ ਲੋਕਾਂ ਨੂੰ ਕਿਹਦੇ ਵਿੱਚ ਲਾ ਦਿੰਦਾ? ਸੰਸਾਰਿਕ ਗੱਲਾਂ 'ਚ ਲਾ ਦਿੰਦਾ, ਸੰਸਾਰਿਕ ਰੀਤੀ ਰਿਵਾਜਾਂ ਦੇ ਵਿੱਚ ਲਾਈ ਰੱਖਦਾ। ਪਰ ਜਿਹੜਾ ਤੇਜੋਮय ਸੁਸਮਾਚਾਰ ਆ, ਉਹ ਲੋਕਾਂ ਦੇ ਵਿੱਚ ਕੀ ਕਰਦਾ ਹੈ? ਉਹ ਉਹਨਾਂ ਨੂੰ ਕੀਮਤ ਦੇਣ ਲਈ ਕੀ ਕਰ ਦਿੰਦਾ ਹੈ? ਤਿਆਰ ਕਰ ਦਿੰਦਾ। ਹਾਲੇਲੂਇਆ। ਸੋ ਆਓ, ਪ੍ਰਭੂ ਚਾਹੁੰਦਾ ਆ, ਉਹਦੀ ਚਾਹਤ ਆ, ਉਹ ਕਹਿੰਦਾ ਮੈਂ ਬੇਚੈਨ ਆ ਕਿ ਉਨੀ ਦੇਰ ਮੈਂ ਬੇਚੈਨ ਰਹੂੰਗਾ ਜਿੰਨੀ ਦੇਰ ਤੱਕ ਕਲੀਸਿਆ ਦੇ ਵਿੱਚ ਕੀ ਨਹੀਂ ਹੋ ਜਾਂਦਾ ਭਲਾ? ਪ੍ਰਕਾਸ਼ ਨਹੀਂ ਹੋ ਜਾਂਦਾ। ਹਾਲੇਲੂਇਆ। ਆ ਜਾਓ ਅੱਗੇ ਹੈਗਾ ਆ ਸੰਤਾਂ ਲਈ ਵੀ ਪ੍ਰਤਿਗਿਆ ਆ, ਕਲੀਸਿਆ ਲਈ ਵੀ ਪ੍ਰਤਿਗਿਆ ਆ ਔਰ ਸੰਤਾਂ ਦੇ ਲਈ ਵੀ ਪ੍ਰਤਿਗਿਆ। कलिसिया ਲਈ प्रतिज्ञा, संतां ਲਈ प्रतिज्ञा। समझने का मतलब कलिसिया एक झुंड, संत मतलब एक एक जना, झुंड विच रहन वाला एक एक जना। संतां दे ਲਈ भी प्रतिज्ञा है। वो किया यशाया 60 ओदी 21 आयत, यशाया की किताब 60 अध्याय ओदी 21 आयत। और तेरे लोग सब के सब धर्मी होंगे। हाँ। वह सर्वदा देश के अधिकारी रहेंगे। हाँ। वह मेरे लगाए हुए पौधे और मेरे हाथों का काम ठहरेंगे, जिससे मेरी महिमा प्रकट हो। हाँ, गल कह रही है, पर एक एक शब्द दी प्रतिज्ञा है, प्रतिज्ञा प्रतिज्ञा वाला शब्द है ना। और इन्हें जरा ध्यान देना, आप पढ़ दें एक एक शब्द नो दोबारा पढ़ देगी जरा। और तेरे लोग हाँ सब के सब धर्मी होंगे। हाँ, तेरे लोग सारे दे सारे की होंगे भला? धर्मी होंगे। तेरे लोग मतलब कलीसिया दे लोग, कलीसिया दे लोग मतलब मसीह दे लोग, सारे दे सारे की होंगे? किन्ने? पहले किन्ने? सारे दे सारे की होंगे? धर्मी होंगे। वह सर्वदा देश होंगे, यानी कि क्या गया है? प्रतिज्ञा की गई है, तेरे सारे दे सारे लोग धर्मी होंगे। हाँ, वह सर्वदा देश के अधिकारी रहेंगे। सदा देश के की रहणगे भला? अधिकारी रहणगे। ये भी प्रतिज्ञा। हाँ, वह मेरे लगाए हुए पौधे, हाँ, वो मेरे लगाए हुए पौधों वांगू और मेरे हाथों का काम ठहरेंगे। वो मेरे हाथ का की करनगे भला? काम ठहरनगे। लोग कहणगे वाकई ये खुदा दे हाथ दा काम है। हालेलुया। हाँ हाँ, जिससे मेरी महिमा प्रकट हो। हाँ, जो वो मेरे हाथ का काम ठहरनगे, जिहदे तो मेरी महिमा की हो जाए भला? प्रगट हो। सो खुदावन खुदा संगति विच रहण वाले लोगों के लिए, संतां दे लिए, संतां तो भी किहड़ी उम्मीद रखदा है कि उन्हां विचों की हो जाए? महिमा प्रगट हो जाए। जिन्हां संतां नूं उहने की ठहराया भला? धर्मी ठहराया। हालेलुया। गल समझ आ रही किसी नूं? सानू जेकर प्रभु ने धर्मी ठहराया तो साडे विचों किहड़ी हुण किहड़ी चीज़ दी इंतजार विच आ?
ਕਿ ਜਿਹਨੇ ਸਾਨੂੰ ਧਰਮੀ ਠਹਿਰਾਇਆ ਉਹਦੀ ਮਹਿਮਾ ਸਾਡੇ ਜੀਵਨਾਂ 'ਚ ਕੀ ਹੋ ਜਵੇ, ਪ੍ਰਗਟ ਹੋ ਜਵੇ। ਹਾਲੇਲੂਇਆ। ਅੱਗੇ ਆ ਜਾਓ 61 ਅਧਿਆਇ ਉਹਦੀ 3 ਆਇਤ ਯਸ਼ਾਇਆ। और सिय्योन के विलाप करने वालों के सिर पर की राख दूर करके सुंदर पगड़ी बांध दूं, कि उनका विलाप दूर करके हर्ष का तेल लगाऊं, और उनकी उदासी हटाकर यश का ओढ़ना ओढ़ाऊं, जिससे वह धर्म के बांझ वृक्ष और यहोवा के लगाए हुए कहलाए, और जिससे उसकी महिमा प्रगट हो। हालेलुया। सो ये प्रतिज्ञा है ਇਹਨਾਂ ਦੇ ਨਾਲ, ਸੰਤਾਂ ਦੇ ਨਾਲ, ਕਿ ਜਿਨ੍ਹਾਂ ਨੂੰ ਉਹ ਧਰਮੀ ਠਹਿਰਾਊਗਾ ਤੇ ਨਾਲ ਹੀ ਉਹਨਾਂ ਤੋਂ ਕੀ ਪ੍ਰਗਟ ਹੋ ਜੂਗੀ, ਖੁਦਾ ਦੀ ਮਹਿਮਾ। ਹੁਣ ਅਸੀਂ ਖੁਦਾ ਦੇ ਅੱਗੇ ਬੇਨਤੀ ਕੀ ਕਰੀਏ? ਇਹ ਬੇਨਤੀ ਕਰੀਏ ਕਿ हे ਪਰਮੇਸ਼ਰ, ਸਾਡੇ ਜੀਵਨਾਂ 'ਚੋਂ ਤੇਰੀ ਮਹਿਮਾ ਕੀ ਹੋ ਜਵੇ, ਪ੍ਰਗਟ। ਹਾਲੇਲੂਇਆ। ਸਾਡੇ ਦੁੱਖਾਂ ਤੋਂ ਵੀ ਤੇਰੀ ਕੀ ਹੋ ਜਵੇ, ਮਹਿਮਾ ਪ੍ਰਗਟ ਹੋ ਜਵੇ। ਸਾਡੇ ਰੋਗਾਂ ਤੋਂ ਵੀ ਤੇਰੀ ਕੀ ਹੋ ਜਵੇ, ਸਾਡੇ ਘਾਟਿਆਂ ਤੋਂ ਵੀ ਤੇਰੀ ਕੀ ਹੋ ਜਵੇ, ਸਾਡੇ ਫਾਕਿਆਂ ਤੋਂ ਵੀ ਤੇਰੀ ਕੀ ਹੋ ਜਵੇ। ਹਾਲੇਲੂਇਆ। ਸੋ ਸਾਡੇ ਜੀਵਨ 'ਚ ਜੋ ਜੋ ਵੀ ਗੱਲਾਂ ਆਈਆਂ ਆ, ਇਹਦੇ ਵਿੱਚੋਂ ਤੇਰੀ ਮਹਿਮਾ ਕੀ ਹੋ ਜਵੇ, ਪ੍ਰਗਟ ਹੋ ਜਵੇ। ਹਾਲੇਲੂਇਆ। ਹਾਲੇਲੂਇਆ। ਯਾਕੂਬ ਦੇ ਜੀਵਨ ਦੀ ਇੱਕ ਆਪਾਂ ਘਟਨਾ ਇਹਦੇ ਵਿੱਚ ਦੇਖ ਲੈਂਦੇ ਆ। ਉਤਪਤੀ 30 ਦੀ 3 ਹੈ। ਮਿਸਾਲ ਦੇ ਤੌਰ ਤੇ ਯਾਕੂਬ ਦੇ ਜੀਵਨ ਦੇ ਵਿੱਚ ਇਸ ਪ੍ਰਕਾਰ ਹੋਇਆ। ਉਤਪਤੀ 30 ਦੀ 33 ਆਇਤ। 30 ਦੀ 33 उत्पत्ति 30 अध्याय उसकी 33 आयत। और जब आगे को मेरी मजदूरी की चर्चा तेरे सामने चले, तब धर्म की यही साक्षी होगी, अर्थात बकरियों में से जो कोई नाचित वाली नाचित बरी हो, और भेड़ों में से कोई काली ना हो, सो यदि मेरे पास निकले तो चोरी की ठहरेगी। हालेलुया। सो इत्थे याकूब दे विच एक धार्मिकता दा उहने चिन्ह की दस दिता कि जेकर ये चीज़ां वाली कोई भेड़ या बकरी मिले तेनू, तो समझ लो वो केड़ी समझी जाऊगी, वो चोरी दी समझी जाऊगी। हालेलुया। उन्हें एक निशान दे दिता। हालेलुया। सो धर्मी अपने वालों की करदा है, एक निशान नू प्रगट कर दिंदा है कि वो धर्मी आ भाई, आ लै सबूत लै ला, देख ला, तू कहना ना भी मैं चुराइयां तेरियां भेडां, देख ला इत्थे कोई भी आ जिहड़ा मैं तेरे नाल कॉल कीती सी, भी जिहड़ा तेरे अगे मैं नेम बन्निया सी, भी आ निशानां वालियां मेरियां होणगियां, इन्हां चों कुछ होर होवे ते वो तेरी आ। हालेलुया। अगे एक उदाहरण होर असीं देखदे हां दाऊद दे बारे। दूसरा शमूएल 22 अध्याय ਉਹਦੀ 21 है। दूसरा शमूएल 22 अध्याय ਉਹਦੀ 21 आयत। यहोवा ने मुझसे मेरे धर्म के अनुसार व्यवहार किया, हाँ, मेरे कामों की शुद्धता के अनुसार उसने मुझे बदला दिया। हाँ। सो परमेश्वर ने की ਕੀਤਾ ਆ, ਉਹਦੇ ਕੰਮਾਂ ਦੇ ਅਨੁਸਾਰ ਉਹਨੂੰ ਕੀ ਦਿੱਤਾ ਆ, ਬਦਲਾ ਦਿੱਤਾ ਆ। ਸੋ ਜ਼ਕਰਿਆ ਦੇ ਬਾਰੇ ਵੀ ਆਪਾਂ ਦੇਖਦੇ ਹਾਂ। ਲੂਕਾ 1:6 ਆਇਤ, 1 ਅਧਿਆਇ ਉਹਦੀ 6 ਆਇਤ। दाऊद ਦੇ ਬਾਰੇ ਦੇਖਿਆ, ਜੋ ਉਹਨੇ ਕਰਮ ਕੀਤੇ ਖੁਦਾ ਨੇ ਉਹਦੇ ਕਰਮਾਂ ਦਾ ਕੀਤਾ ਨੂੰ ਫਲ ਦਿੱਤਾ। ਧਰਮੀ ਨੂੰ ਉਹਦੇ ਕੰਮਾਂ ਦਾ ਕੀ ਮਿਲਦਾ ਹੈ, ਫਲ ਮਿਲਦਾ ਹੈ। ਜ਼ਕਰਿਆ ਦੇ ਬਾਰੇ ਵੀ ਆਪਾਂ ਦੇਖਦੇ ਹਾਂ। ਲੂਕਾ 1:6। और वह दोनों परमेश्वर के सामने धर्मी थे, हाँ, और प्रभु की सारी आज्ञाओं और विधियों पर निर्दोष चलने वाले थे। हाँ, उनके कोई भी संतान ना थी। हाँ। सो 6 पूरी बस, ठीक है ना। वो दोनों ही जने तीवी आदमी की सी परमेश्वर दे अगे धर्मी सी। हालेलुया। सो इसे ਨੂੰ ਗਾਂ ਜਾ ਕੇ ਆਪਾਂ ਦੇਖਦੇ, ਜਦੋਂ ਜ਼ਕਰਿਆ ਧਰਮੀ ਸੀ ਤੇ ਇਹਦੇ ਵਿੱਚੋਂ ਹੀ ਸੰਸਾਰ ਦਾ ਉਹ ਇਨਸਾਨ ਪੈਦਾ ਹੋਇਆ ਜੋ ਸਮਝ ਲਓ ਅਸੀਂ ਕਹਿ ਸਕਦੇ ਹਾਂ ਪੁਰਾਣੇ ਨੇਮ ਦੇ ਵਿੱਚ ਯਿਸੂ ਤੋਂ ਦੂਸਰੇ ਨੰਬਰ। ਹਾਲੇਲੂਇਆ। ਯਾਨੀ ਕਿ ਪੁਰਾਣੇ ਨੇਮ ਦੇ ਸਾਰੇ ਧਰਮੀਆਂ ਤੋਂ, ਸੰਤਾਂ ਤੋਂ ਉੱਚ ਅਹੁਦੇ ਵਾਲਾ ਬੰਦਾ ਕਿੱਥੋਂ ਪੈਦਾ ਹੋਇਆ, ਜ਼ਕਰਿਆ ਤੋਂ। ਹਾਲੇਲੂਇਆ। ਕਿਉਂਕਿ ਦੋਨੇ ਤੀਵੀਂ ਆਦਮੀ ਕੀ ਸੀਗੇ, ਧਰਮੀ ਸੀ। ਹਾਲੇਲੂਇਆ। सो अगे आ जाओ
ਹਾਬਿਲ ਦੇ ਬਾਰੇ ਆਪਾਂ ਦੇਖਦੇ ਹਾਂ। ਇਬਰਾਨੀਓ 11 ਉਹਦੀ 4 ਆਇਆ। ਕੁਝ ਕਰੈਕਟਰ ਹੈ ਜਿਨ੍ਹਾਂ ਨੂੰ ਆਪਾਂ ਦੇਖਦੇ ਹਾਂ ਕਿ ਕਿੱਦਾਂ ਉਹਨਾਂ ਦੇ ਵਿੱਚ ਧਾਰਮਿਕਤਾ ਦਾ ਉਹਨਾਂ ਨੂੰ ਫਲ ਮਿਲਿਆ ਜਾਂ ਧਾਰਮਿਕਤਾ ਦੀ ਉਹਨੂੰ ਆਸ਼ੀਸ਼ ਮਿਲੀ। विश्वास ही से हाबिल ने कैन से उत्तम बलिदान परमेश्वर के लिए चढ़ाया और उसी के द्वारा उसके धर्मी होने की गवाही भी दी गई। हाँ, विश्वास के कारण उन्हें उत्तम बलिदान चढ़ाया हाबिल तो ते ओदे धर्मी होने की गवाही भी की गई, भला दी गई। हालेलुया। हाँ जी, ठीक है जी, हो गया। क्योंकि परमेश्वर ने उसकी भेंटों के विषय में गवाही दी। हाँ। और उसी के द्वारा वह मरने पर भी अब तक बातें करता है। हाँ, हाबिल दा लहू मरण तो बाद भी की करदा आ, गल्लां करदा है। हालेलुया। सो ਉਹਦੇ ਲਈ ਗਵਾਹੀ ਕਹਿੰਦੇ ਦੇ ਦਿੱਤੀ ਸੀ, ਉਹਦੀਆਂ ਭੇਟਾਂ ਦੇ ਬਾਰੇ ਗਵਾਹੀ ਦੇ ਕਹਿੰਦੇ ਦਿੱਤੀ ਸੀ ਡਾਇਰੈਕਟ ਪਰਮੇਸ਼ਵਰ ਨੇ। ਹਾਲੇਲੂਇਆ। ਸੋ ਇਸ ਲਈ ਧਰਮੀ ਜਦੋਂ ਧਰਮ ਕਰਦਾ ਆ, ਖੁਦਾ ਦੇ ਨਾਲ ਚੱਲਦਾ ਆ, ਆਪਣਾ ਜੀਵਨ ਜੀਂਦਾ ਆ, ਤੇ ਉਹਦੇ ਲਈ ਖੁਦਾ ਵੀ ਕੀ ਕਰ ਦਿੰਦਾ ਆ, ਖੁਦ ਗਵਾਹੀ ਦਿੰਦਾ ਆ। ਹਾਲੇਲੂਇਆ। ਹਾਲੇਲੂਇਆ। ਆਜੋ ਇੱਕ ਹੋਰ ਦੇਖ ਲੈਂਦੇ ਆ, ਲੂਤ ਦੇ ਬਾਰੇ ਵੀ ਆਪਾਂ ਦੇਖ ਲੈਂਦੇ ਆ। ਦੂਸਰਾ ਪਤਰਸ 2 ਅਧਿਆਏ ਉਹਦੀ 8 ਆਏ। दूसरा पत्रस 2 अध्याय उसकी 8 है। क्योंकि वह धर्मी उनके बीच में रहते हुए और उनके अधर्म के कामों को देख देख कर और सुन सुन कर हर दिन अपने सच्चे मन को पीड़ित करता था। हाँ हाँ, ये ना पंजाबी विच इहदा बहुत ही प्यारी गल लिखी हुई है, जेकर पढ़ दोगे तो। दूसरा पत्रस 2 अध्याय ਉਹਦੀ 8 ਹੈ। ਬਹੁਤ ਪਿਆਰੀ ਗੱਲ ਲਿਖੀ ਹੈ। ਕਿਉਂ ਜੋ ਉਹ ਧਰਮੀ ਪੁਰਖ ਉਹਨਾਂ ਵਿੱਚ ਵਸਦਿਆਂ ਵੇਖ ਸੁਣ ਕੇ ਦਿਨੋਂ ਦਿਨ ਆਪਣੀ ਧਰਮੀ ਜਾਨ ਨੂੰ ਉਹਨਾਂ ਦੀਆਂ ਭੈੜੀਆਂ ਕਰਮਾਂ ਤੋਂ ਦੁਖੀ ਕਰਦਾ ਸੀ। ਆਪਣੀ ਜਾਨ ਨੂੰ ਕੀ ਕਰਦਾ ਸੀਗਾ? ਦੁਖੀ ਕਰਦਾ। ਇਹਦਾ ਮਤਲਬ ਕਿ ਧਰਮੀ ਇਨਸਾਨ ਜਦੋਂ ਕੁਧਰਮੀਆਂ ਦੇ ਵਿੱਚ ਰਹਿੰਦਾ ਆ ਤੇ ਉਹਦੀ ਜਾਨ ਕੀ ਰਹਿੰਦੀ ਆ, ਉਹਨਾਂ ਦੇ ਵਿੱਚ ਖੁਸ਼ ਨਹੀਂ ਰਹਿ ਸਕਦਾ। ਹਾਲੇਲੂਇਆ। ਸੋ ਧਰਮੀ ਦੀ ਪਹਿਚਾਣ ਹੈ ਉਹਨੇ ਕੁਧਰਮੀਆਂ ਦੇ ਵਿੱਚ ਵੀ ਆਪਣੇ ਧਰਮ ਨੂੰ ਹੀ ਪ੍ਰਗਟ ਕਰਨਾ ਹੈ, ਕੁਧਰਮੀਆਂ ਦੀਆਂ ਗੱਲਾਂ ਨੂੰ ਆਪਣੇ ਉੱਤੇ ਲਾਗੂ ਕਰਨਾ ਨਹੀਂ। ਇੱਕ ਤਾਂ ਆਪਣੇ ਧਰਮ ਨੂੰ ਉਹਨਾਂ ਤੇ ਪ੍ਰਗਟ ਕਰਨਾ, ਇੱਕ ਉਹਨਾਂ ਦੇ ਕੁਧਰਮ ਤੋਂ ਕੀ ਹੋਣਾ ਆ? ਦੁਖੀ ਹੋਣਾ ਉਹਦੀ ਜਾਨ। ਹਾਲੇਲੂਇਆ। ਹਾਲੇਲੂਇਆ। ਸੋ ਆਓ ਇੱਕ ਵਿਸ਼ਾ ਲਿਖ ਲਓ, ਅੱਗੇ ਨਿਕਲ ਕੇ ਆਉਣਾ ਆ, ਉਸ ਤੋਂ ਬਾਅਦ ਫਿਰ ਆਪਾਂ ਧਿਆਨ ਕਰਾਂਗੇ। ये कुछ मिसालां सी, कुछ करैक्टर्स ਨੂੰ ਆਪਾਂ ਦੇਖਿਆ ਹੈ ਧਾਰਮਿਕਤਾ ਦੇ ਨਾਲ ਜੁੜੇ ਹੋਏ। ਸੋ ਅੱਗੇ ਵਿਸ਼ਾ ਨਿਕਲ ਕੇ ਆਊਗਾ ਪਰਮੇਸ਼ਵਰ ਦੀ ਧਾਰਮਿਕਤਾ। ਕਿਉਂਕਿ ਪਰਦਾ ਕਿਹੜੀ ਗੱਲ ਨੂੰ ਦਿਖਾਉਂਦਾ ਹੈ? ਈਸ਼ਵਰੀਏ ਧਾਰਮਿਕਤਾ। ਹਾਲੇਲੂਇਆ। ਸੋ ਪਰਮੇਸ਼ਵਰ ਦੀ ਧਾਰਮਿਕਤਾ ਆਪਾਂ ਪਹਿਲਾਂ ਦੇਖਿਆ ਪਰਮੇਸ਼ਵਰ ਧਰਮੀ ਠਹਿਰਾਉਂਦਾ ਹੈ। ਉਸ ਤੋਂ ਬਾਅਦ ਆਪਾਂ ਦੇਖਿਆ ਸੀ ਮਸੀਹ ਦੇ ਵਸੀਲੇ ਨਾਲ ਧਰਮੀ ਠਹਿਰਾਉਂਦਾ। ਉਸ ਤੋਂ ਬਾਅਦ ਦੇਖਿਆ ਸੀ ਕਿ ਮਸੀਹ ਦੀ ਧਾਰਮਿਕਤਾ, ਜਿਹੜਾ ਆਪਾਂ ਦੇਖਿਆ ਸੀਗਾ ਉਹ ਕਹਿੰਦੇ ਧਾਰਮਿਕਤਾ ਮਸੀਹ ਦੀ ਧਾਰਮਿਕਤਾ। ਉਸ ਤੋਂ ਬਾਅਦ ਅੱਗੇ ਆਪਾਂ ਦੇਖਦੇ ਸੀ ਮਸੀਹ ਦੀ ਧਾਰਮਿਕਤਾ ਸਾਨੂੰ ਕਿੱਦਾਂ ਮਿਲਦੀ ਹੈ ਜਾਂ ਪ੍ਰਾਪਤ ਹੁੰਦੀ ਹੈ। ਔਰ ਉਸ ਤੋਂ ਬਾਅਦ ਆਪਾਂ ਦੇਖਿਆ ਸੀਗਾ ਕਿ ਜਿਹੜਾ ਧਾਰਮਿਕਤਾ ਦਾ ਪਿੱਛਾ ਕਰਦਾ ਆ ਉਹ ਉਹਦੇ ਜੀਵਨ ਦੇ ਵਿੱਚ ਕਿਸ ਪ੍ਰਕਾਰ ਦੇ ਕੰਮ ਪਾਏ ਜਾਂਦੇ ਆ। ਹਾਲੇਲੂਇਆ। ਉਸ ਤੋਂ ਬਾਅਦ ਆਪਾਂ ਦੇਖਿਆ ਹੈ ਧਾਰਮਿਕਤਾ ਦੀ ਬਰਕਤ ਕੀ ਆ। ਹੁਣ ਆਪਾਂ ਦੇਖਣਾ ਹੈ ਪਰਮੇਸ਼ਵਰ ਦੀ ਧਾਰਮਿਕਤਾ। ਕਿਹਦੀ ਧਾਰਮਿਕਤਾ? ਪਰਮੇਸ਼ਵਰ ਦੀ ਧਾਰਮਿਕਤਾ। ਖੁਦਾ ਤੁਹਾਨੂੰ ਆਸ਼ੀਸ਼ ਦੇ। ਸੋ ਸਾਡੇ ਸਫ਼ਰ ਦੇ ਵਾਸਤੇ ਪ੍ਰਾਰਥਨਾ ਕਰਨੀ ਤੁਸੀਂ ਕੱਲ੍ਹ ਨੂੰ, ਔਰ ਕੱਲ੍ਹ ਅਸੀਂ ਬਠਿੰਡੇ ਹੋਵਾਂਗੇ। ਖੁਦਾ ਦੀ ਚਾਹਿਆ ਤਾਂ ਉਹਦੀ ਇੱਛਾ ਹੈ ਕਿ ਸਾਰਿਆਂ ਦੀ ਪ੍ਰਾਰਥਨਾ ਇਹਦੇ ਵਾਸਤੇ ਕਰਨੀ। ਪ੍ਰਭੂ ਜੀ ਧੰਨਵਾਦ ਹੋ ਅੱਜ ਦੇ ਅੱਛੇ ਸਮੇਂ ਲਈ ਬੈਠ ਕੇ ਜਦੋਂ तेरे वचन ते मनन होया, वचन के अनुसार साडे जीवन हो जान, और प्रभु असीं वो पर्दा बन जाइए खुदावंद जैसा मसीह बने। वड्डी कृपा करना प्रभु यीशु मसीह नाम दे विच। हुण साडे खुदा दा फजल बाप दी मुहब्बत पवित्र आत्मा दे पाक साथ होण तो लैके हमेशा तक सब ईमानदारां को नाल नाम दी रहे। आमीन। हालेलुया।